Student at HK Study Channel. Today we are going to start our chapter 4 maps. This chapter is very interesting. After reading this chapter you will understand the importance of maps. So let's start the topic. First of all, we will discuss about these topics: how map is more useful than globe, different types of maps, components of maps, distance, direction and symbol, what is sketch and plan. You all know about the globe. It gives us information about the earth, but it has limitation. ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਪ੍ਰੀਵੀਅਸ ਚੈਪਟਰ ਦੇ ਵਿੱਚ ਇਸ ਤਰ੍ਹਾਂ ਪੜ੍ਹਿਆ ਕਿ ਗਲੋਬ ਸਾਨੂੰ ਬਹੁਤ ਇਨਫੋਰਮੇਸ਼ਨ ਦਿੰਦਾ, ਪਰ ਇਸ ਦੀਆਂ ਕੁਝ ਲਿਮਿਟੇਸ਼ਨ ਹੈਗੀਆਂ. ਇਫ ਵੀ ਵਾਂਟ ਟੂ ਸਟੱਡੀ ਓਨਲੀ ਵਨ ਪਾਰਟ ਆਫ ਦਾ ਅਰਥ ਇਨ ਦਿਸ ਸਿਚੁਏਸ਼ਨ ਗਲੋਬ ਡਜ਼ ਨਾਟ ਹੈਲਪ ਐਜ਼ ਮਚ ਐਜ਼ ਮੈਪ. ਗਲੋਬ ਬੇਸ਼ੱਕ ਸਾਨੂੰ ਇਨਫੋਰਮੇਸ਼ਨ ਦਿੰਦਾ, ਪਰ ਜਦੋਂ ਅਸੀਂ ਪੂਰੀ ਹੋਲ ਅਰਥ ਨੂੰ ਸਟੱਡੀ ਕਰਨਾ ਹੁੰਦਾ ਫਿਰ ਸਾਨੂੰ ਗਲੋਬ ਦੀ ਲੋੜ ਪੈਂਦੀ ਹੈ. ਪਰ ਜਦੋਂ ਅਸੀਂ ਅਰਥ ਦੇ ਕਿਸੇ ਇੱਕ ਪਾਰਟ ਨੂੰ, ਕਿਸੇ ਇੱਕ ਸਰਫੇਸ ਨੂੰ, ਕਿਸੇ ਉੱਥੇ ਅਸੀਂ ਸਟੱਡੀ ਕਰਨੀ ਹੁੰਦੀ ਹੈ, ਇਸ ਟਾਈਮ 'ਤੇ ਸਾਨੂੰ ਗਲੋਬ ਇੰਨੀ ਜ਼ਿਆਦਾ ਹੈਲਪ ਨਹੀਂ ਕਰਦੇ ਜਿੰਨੀ ਕਿ ਸਾਨੂੰ ਮੈਪ ਹੈਲਪ ਕਰਦਾ ਹੈ. ਸੋ ਦਿਸ ਟਾਈਮ ਵੀ ਪ੍ਰੈਫਰ ਹੈ ਮੈਪ. ਇਸ ਟਾਈਮ ਅਸੀਂ ਜਿਹੜਾ ਇੱਕ ਮੈਪ ਨੂੰ ਹੀ ਪ੍ਰੈਫਰ ਕਰਦੇ ਹਾਂ. ਜਿਸ ਤਰ੍ਹਾਂ ਅਸੀਂ ਕਿਸੇ ਅਰਥ ਦੇ ਕਿਸੇ ਪਾਰਟ ਦੀ, ਕਿਸੇ ਕੰਟਰੀ ਦੀ, ਸਟੇਟਸ ਦੀ, ਡਿਸਟ੍ਰਿਕਟ ਦੀ, ਟਾਊਨ ਜਾਂ ਵਿਲੇਜ ਦੀ ਸਟੱਡੀ ਕਰਨੀ ਹੁੰਦੀ ਹੈ ਤਾਂ ਉਸ ਟਾਈਮ ਸਾਨੂੰ ਮੈਪ ਦੀ ਲੋੜ ਪੈਂਦੀ ਹੈ. A map is a representation or a drawing of the earth's surface or a part of it drawn on a flat surface according to a scale. ਹੁਣ ਮੈਪ ਕੀ ਹੈ? ਮੈਪ is a representation of or a drawing. ਮੈਪ ਇੱਕ representation ਹੈ ਜਾਂ ਇੱਕ drawing ਹੈ of the earth's surface, ਅਰਥ ਦੇ ਸਰਫੇਸ ਦੀ, or a part of it ਜਾਂ ਇਸ ਦੇ ਇੱਕ ਛੋਟੇ ਪਾਰਟ ਦੀ, of it drawn on a flat. ਇੱਕ ਜਿਹੜਾ ਅਰਥ ਦਾ ਛੋਟਾ ਪਾਰਟ ਹੈ, ਇਹ ਪਾਰਟ ਆਫ ਇਟ ਜਾਂ ਅਰਥ ਦੇ ਸਰਫੇਸ ਦੀ ਜਾਂ ਇੱਕ ਛੋਟੇ ਪਾਰਟ ਦੀ ਇੱਕ ਡਰਾਇੰਗ ਹੈ. ਕਿੱਥੇ ਡਰਾਇੰਗ ਜਿਹੜੀ ਡਰਾ ਕੀਤੀ ਜਾਂਦੀ ਹੈ? ਇੱਕ ਫਲੈਟ ਸਰਫੇਸ ਉੱਪਰ ਜਿਹੜੀ ਹੈ ਡਰਾਨ ਕੀਤੀ ਜਾਂਦੀ ਹੈ ਅਕੋਰਡਿੰਗ ਟੂ ਏ ਸਕੇਲ. ਇਹਦੇ ਲਈ ਸਕੇਲ ਯੂਜ਼ ਕੀਤਾ ਜਾਂਦਾ ਹੈ. ਮੈਪਸ ਆਰ ਯੂਜ਼ਡ ਫॉर ਵੇਰੀਅਸ ਪਰਪਸਸ. ਜਿਹੜੇ ਮੈਪ ਹੈ ਵੇਰੀਅਸ ਪਰਪਸ ਲਈ ਯੂਜ਼ ਕੀਤੇ ਜਾਂਦੇ ਆ. ਏ ਬੁੱਕ ਆਫ ਮੈਪ ਇਜ਼ ਕਾਲਡ ਐਨ ਐਟਲਸ. ਜਿਸ ਤਰ੍ਹਾਂ ਇੱਕ ਮੈਪ ਹੈ, ਉਸਦੇ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ. ਇੱਕ ਮੈਪ ਦੇ ਵਿੱਚ ਜਿਸ ਤਰ੍ਹਾਂ ਸਿੰਬਲਸ ਵੀ ਹੁੰਦੇ ਆ, ਹੋਰ ਵੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਸਾਈਨ ਦਿੱਤੇ ਜਾਂਦੇ ਆ, ਉਹਦੇ ਨਾਲ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ. ਇੱਕ ਬੁੱਕ ਦੇ ਬਰਾਬਰ ਸਾਨੂੰ ਇਨਫੋਰਮੇਸ਼ਨ ਜਿਹੜੀ ਇੱਕ ਮੈਪ ਦੇ ਵਿੱਚੋਂ ਮਿਲ ਜਾਂਦੀ ਹੈ. ਅਤੇ ਜਦੋਂ ਬਹੁਤ ਸਾਰੇ ਮੈਪ ਇਕੱਠੇ ਰੱਖੇ ਜਾਂਦੇ ਆ, ਉਸ ਨੂੰ ਜਿਹੜੀ ਬੁੱਕ ਬਣਦੀ ਉਸਨੂੰ ਐਟਲਸ ਕਿਹਾ ਜਾਂਦਾ ਹੈ. ਮੈਪਸ ਪ੍ਰੋਵਾਈਡਸ ਮੋਰ ਇਨਫੋਰਮੇਸ਼ਨ ਦੈਨ ਏ ਗਲੋਬ. ਮੈਪ ਜਿਹੜਾ ਹੈ ਗਲੋਬ ਦੇ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਸਾਨੂੰ ਦਿੰਦਾ. ਵੀ ਹੈਵ ਡਿਫਰੈਂਟ ਟਾਈਪਸ ਆਫ ਮੈਪ. ਸਾਡੇ ਕੋਲ ਡਿਫਰੈਂਟ ਟਾਈਪ ਦੇ ਮੈਪਸ ਹੈਗੇ ਆ, ਜਿਸ ਤਰ੍ਹਾਂ ਕਿ ਫਿਜ਼ੀਕਲ ਮੈਪ ਹੈਗੇ ਆ, ਪੋਲੀਟੀਕਲ ਮੈਪਸ and thematic maps. Physical maps. ਹੁਣ physical map ਕਿਹੜੇ ਹੈ? Maps showing natural features of the earth such as mountain, plateaus, plains, rivers, oceans, etc. are called physical or relief map. ਹੁਣ ਜਿਹੜੇ ਮੈਪ ਹੈ ਜਿਸ ਤਰ੍ਹਾਂ ਕਿ ਸਾਡਾ ਇੰਡੀਆ ਹੈ, ਇੰਡੀਆ ਦੇ ਵਿੱਚ ਕਿੱਥੇ ਮਾਊਂਟੇਨਸ ਹੈਗੇ ਨੇ, ਇਸ ਤਰ੍ਹਾਂ ਕੁਝ ਸ਼ੇਪ ਹੈ ਸਾਡੇ ਕੰਟਰੀ ਦੀ. ਕਿੱਥੇ ਮਾਊਂਟੇਨਸ ਬਣੇ ਹੋਏ ਨੇ, ਕਿੱਥੇ ਪਲੇਨਸ ਹੈਗਾ ਏਰੀਆ, ਜਿਸ ਤਰ੍ਹਾਂ ਇਹ ਪਲੇਨਸ ਏਰੀਆ ਪੰਜਾਬ ਹਰਿਆਣਾ ਦਾ, ਇੱਧਰ ਮਾਊਂਟੇਨ ਬਣੇ ਹੋਏ ਨੇ. ਇਸ ਤਰ੍ਹਾਂ ਜਿਹੜਾ ਸਾਨੂੰ ਮੈਪ ਜਿਹੜਾ ਫਿਜ਼ੀਕਲ ਫੀਚਰ ਸ਼ੋ ਕਰਦਾ ਹੈ ਉਸ ਨੂੰ ਅਸੀਂ ਫਿਜ਼ੀਕਲ ਮੈਪ ਕਹਿੰਦੇ ਹਾਂ. ਮੈਪ ਸ਼ੋਇੰਗ ਨੈਚੁਰਲ ਫੀਚਰ, ਜਿਹੜੀਆਂ ਨੈਚੁਰਲ ਫੀਚਰਸ ਹੈਗੀਆਂ ਹੈ ਉਹ ਸ਼ੋ ਕਰਦਾ ਹੈ ਅਰਥ ਦੀਆਂ, ਉਸ ਨੂੰ ਅਸੀਂ ਫਿਜ਼ੀਕਲ ਮੈਪ ਕਹਿੰਦੇ ਹਾਂ. ਪੋਲੀਟੀਕਲ ਮੈਪ. Maps showing cities, towns and villages and different countries and states of the world with their boundaries are called political maps. ਹੁਣ ਜਿਹੜੇ ਮੈਪ ਹੈਗੇ ਆ ਉਹਦੇ ਉੱਪਰ ਸਾਨੂੰ ਅਲੱਗ-ਅਲੱਗ ਸਿਟੀਜ਼, ਟਾਊਨਸ ਅਤੇ ਵਿਲੇਜ ਦਿਖਾਇਆ ਜਾਂਦਾ ਹੈ. ਇਸ ਤੋਂ ਇਲਾਵਾ ਸਾਨੂੰ ਡਿਫਰੈਂਟ ਕੰਟਰੀਜ਼ ਜਾਂ ਸਟੇਟਸ ਜਿਹੜੇ ਹੈ ਉਹ ਦਿਖਾਈਆਂ ਜਾਂਦੀਆਂ, ਵਰਲਡ ਦੀਆਂ ਡਿਫਰੈਂਟ ਕੰਟਰੀਜ਼ ਦਿਖਾਈਆਂ ਜਾਂਦੀਆਂ, ਸਟੇਟਸ ਦਿਖਾਈ ਜਾਂਦੀਆਂ, ਉਹਨਾਂ ਦੇ ਨਾਲ ਉਹਨਾਂ ਦੀ ਬਾਉਂਡਰੀ ਦਿਖਾਈ ਜਾਂਦੀ ਹੈ. ਇਹੋ ਜਿਹੇ ਜਿਹੜੇ ਮੈਪ ਹੁੰਦੇ ਉਹਨਾਂ ਨੂੰ ਪੋਲੀਟੀਕਲ ਮੈਪ ਕਿਹਾ ਜਾਂਦਾ ਹੈ. ਮੈਪ ਸ਼ੋਇੰਗ ਸਿਟੀਜ਼, ਟਾਊਨਸ ਐਂਡ ਵਿਲੇਜਸ ਐਂਡ ਡਿਫਰੈਂਟ ਕੰਟਰੀਜ਼ ਐਂਡ ਸਟੇਟਸ ਆਫ ਦ ਵਰਲਡ ਵਿਦ ਦੇਅਰ ਬਾਉਂਡਰੀਜ਼ ਆਰ ਕਾਲਡ ਪੋਲੀਟੀਕਲ ਮੈਪਸ. ਇਹਨਾਂ ਨੂੰ ਪੋਲੀਟੀਕਲ ਮੈਪ ਕਿਹਾ ਜਾਂਦਾ ਹੈ. ਥੀਮੈਟਿਕ ਮੈਪਸ. ਹੁਣ ਥੀਮੈਟਿਕ ਮੈਪ ਕੀ ਹੁੰਦਾ ਹੈ? ਫੋਕਸ ਔਨ ਸਪੈਸੀਫਿਕ ਇਨਫੋਰਮੇਸ਼ਨ. ਜਿਹੜਾ ਕਿ ਸਪੈਸੀਫਿਕ, ਇੱਕ ਸਪੈਸ਼ਲ ਕਿਸੇ ਇੱਕ ਚੀਜ਼ ਦੀ ਇਨਫੋਰਮੇਸ਼ਨ ਦਿੰਦੇ ਆ, ਉਹਨਾਂ ਨੂੰ ਥੀਮੈਟਿਕ ਮੈਪ ਕਿਹਾ ਜਾਂਦਾ. ਜਿਸ ਵਿੱਚ ਜਿਸ ਤਰ੍ਹਾਂ ਰੋਡ ਸੱਚ ਐਜ਼ ਰੋਡ ਮੈਪਸ ਹੁੰਦੇ ਆ, ਰੇਨਫਾਲ, ਇੰਡਸਟਰੀ, ਜਿਹੜੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦੇ, ਕਿਸੇ ਇੱਕ ਚੀਜ਼ ਦੀ ਇਨਫੋਰਮੇਸ਼ਨ ਦਿੰਦੇ ਆ ਮੈਪ, ਉਹਨਾਂ ਨੂੰ ਥੀਮੈਟਿਕ ਮੈਪ ਕਿਹਾ ਜਾਂਦਾ. ਉਹਨਾਂ ਦਾ ਮੇਨ ਥੀਮ ਹੁੰਦਾ, ਥੀਮ 'ਤੇ ਬੇਸ ਉੱਪਰ ਉਹ ਮੈਪ ਹੁੰਦੇ ਆ, ਉਹਨਾਂ ਨੂੰ ਥੀਮੈਟਿਕ ਮੈਪ ਕਿਹਾ ਜਾਂਦਾ ਹੈ. ਇਹ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਕਿਸੇ ਇੱਕ ਚੀਜ਼ ਦੇ ਬਾਰੇ ਦੇ ਵਿੱਚ
जिस तरह डिस्ट्रीब्यूशन ऑफ फॉरेस्ट हैगे आ, इंडस्ट्री कित्थे कित्थे हैगी आ, इस तरह जिहड़ी इन्फॉर्मेशन दिंदी है किसी एक थीम के बेस उपर हुंदे आ ते उसनूं थीमैटिक मैप कहा जाता है। नैक्सट है देयर आर 3 कंपोनेंट्स ऑफ मैप। हुण मैप के 3 कंपोनेंट्स किहड़े आ, 3 पार्ट्स किहड़े आ, डिस्टेंस, डायरैक्शन एंड सिंबल। हुण असीं इस दे बारे गल करते हैं। फर्स्ट ऑफ ऑल वी विल डिस्कस अबाउट द डिस्टेंस। मैप्स आर ड्राइंग विच रिड्यूस द इंटायर वर्ल्ड और ए पार्ट ऑफ इट टू फिट ऑन ए शीट ऑफ पेपर। हुण जिहड़ा मैप की है, मैप के उपर जिहड़ी एक ड्राइंग बनाई जाती है विच रिड्यूस द इंटायर वर्ल्ड। हुण उन्हें सारे जिहड़े वर्ल्ड की डिस्टेंस है ना उन्होंने घटा दिता है। विच रिड्यूस द इंटायर वर्ल्ड और ए पार्ट ऑफ इट, और जां कि वर्ल्ड का कोई छोटा पार्ट है उसनूं छोटा करके एक शीट जिहड़ी है पेपर उहदे उपर फिट कर दिता है। जबकि वर्ल्ड है जां अर्थ का कोई एक पार्ट है वो बहुत ज़्यादा वड्डा एरिया हुंदा है, पर जदों असीं मैप उपर मैप बनाउने हाँ तो उस उपर असीं एक शीट के छोटे पार्ट के उपर जिहड़ा है उसनूं एक फिट कर दिंदे हाँ, उस एरिए नूं उहदा जिहड़ा साइज़ छोटा कर दिंदे हाँ। फॉर दिस परपज़ अ स्केल इज़ चूजन। उस परपज़ लिए एक स्केल चूज किया जाता है। स्केल इज़ द रेशो बिटवीन द एक्चुअल डिस्टेंस ऑन द ग्राउंड एंड द डिस्टेंस शोन ऑन द मैप। हुण एक स्केल यूज़ किया जाता है। स्केल किस तरह यूज़ किया जाता है, ये जिहड़ी एक एक्चुअल डिस्टेंस हुंदी आ उस अर्थ की एक्चुअल डिस्टेंस वा ते जिहड़ी एक उस मैप के उपर डिस्टेंस शो की जाती है एक रेशो कढ़ ली जाती है, उस दे अकॉर्डिंग जिहड़ा आ स्केल यूज़ किया जाता है। जिस तरह हुण असीं एक मैप विच शो करना है कि तुहाडे घर तो जिहड़ा तुहाडा स्कूल है वो 10 किलोमीटर जिहड़ा दूर है। इस जगह पर तुहाडा स्कूल है तो 10 किलोमीटर का जिहड़ी डिस्टेंस पैंदा है, तो असीं एक मैप दे विच इस नूं किस तरह शो कर सकते हाँ। इस दे लई सानूं एक स्केल देना पेगा। असीं उस दे विच लिखांगे कि जिहड़ा 1 किलोमीटर है, जिस तरह 1 सेंटीमीटर जिहड़ा है असीं उहनूं 1 किलोमीटर के बराबर मन्नांगे। जिहड़ा असीं स्केल देवांगे उस उपर असीं इस तरह लिखांगे कि तुहाडा जिहड़ा स्कूल है 10 किलोमीटर दूर है एक्चुअल दे विच, पर जिहड़ा जदों असीं मैप पर शो करांगे असीं उसदी उहनूं 10 सेंटीमीटर लिखांगे। इस तरह असीं शो करांगे, उसनूं छोटे एरिए दे विच शो करांगे। जबकि असीं पहलां एक पासे स्केल देंगे, स्केल दे विच लिखिया होएगा कि जिहड़ा 1 सेंटीमीटर है वो 1 किलोमीटर के बराबर है। मीनस 1 सेंटीमीटर जिहड़ा 1 किलोमीटर के बराबर है, तो तुहाडा स्कूल जिहड़ा है 10 किलोमीटर तुहाडे घर तो दूर है। तो इस तरह असीं इत्थे 10 सेंटीमीटर लिखांगे। इस तरह जिहड़ा डिस्टेंस जिहड़ा स्केल यूज़ करके डिस्टेंस नूं शो किया जाता है। इस तरह ही जदों असीं एक लार्ज एरिया जां एक कॉन्टीनेंट जां कंट्री नूं दिखाउणा हुंदा है उस टाइम दे उपर जिहड़ा असीं स्मॉल स्केल यूज़ करते हाँ। मीन जिस तरह असीं हुण 1 सेंटीमीटर विच असीं 1 किलोमीटर एरिया कवर कर रहे हैं, तो उस टाइम असीं इत्थे 500 किलोमीटर जिहड़ा एरिया वो कवर करते हाँ। जदों असीं ज़्यादा एरिया शो करना हुंदा है, एक वड्डे एरिए दे विच असीं कुछ मैप के उपर कुछ ड्रा करना हुंदा है, तो उस टाइम जिहड़ा है असीं 1 सेंटीमीटर दे विच इस तरह 1 सेंटीमीटर हुंदा है उहदे विच असीं 500 किलोमीटर जां 1000 किलोमीटर जिहड़ा है 500 जां 1000 किलोमीटर जिहड़े आ वो इस तरह शो करते हैं। इस तरह स्केल दिंदे हैं जदों असीं एक वड्डे एरिया नूं दिखाउणा हुंदा है। इसनूं स्मॉल स्केल मैप कहा जाता है। इस तो उल्ट जदों असीं एक छोटे टाउन नूं जां विलेज नूं उहदे बारे दसना हुंदा है, तो उस टाइम जिहड़ा असीं लार्ज स्केल मैप यूज़ करते हैं। राइट, स्मॉल स्केल मैप वैन ए लार्ज एरियाज लाइक कंट्रीज एंड कॉन्टीनेंट्स आर टू बी शोन ऑन ए पेपर दैन वी यूज़ ए स्मॉल स्केल। हुण इसनूं स्मॉल स्केल कहा जाता है। इस तरह तुहानूं पहलां भी समझ आया, जदों असीं एक कंट्री नूं जां कॉन्टीनेंट नूं शो करना हुंदा उस टाइम क्योंकि साडे कोल डिस्टेंस बहुत ज़्यादा हुंदा है, तो इन्ने ज़्यादा वड्डे डिस्टेंस नूं असीं एक पेपर के उपर अर्थ नूं एक पेपर के उपर नहीं शो कर सकते, क्योंकि असीं एडा वड्डा पेपर नहीं यूज़ कर सकते कि असीं पूरा डिस्टेंस दिखा सकीए। पेपर तो साडे कोल ओही है, छोटा पेपर हुंदा, उस उपर असीं डिस्टेंस शो करना हुंदा। उहदे लई सानूं जिहड़ा किलोमीटर है उहनूं सेंटीमीटर दे विच चेंज करना पैंदा है। अपने अकॉर्डिंग असीं वो दसदे हाँ। जिस तरह 1 सेंटीमीटर तुहानूं दस्सिया सी पहलां भी 1 सेंटीमीटर है, उसनूं बेशक असीं 1000 किलोमीटर मन के अपना मैप जिहड़ा उत्थे आपां उहदी डिस्टेंस शो कर सकते हैं, जां उहनूं 500 किलोमीटर मन के जिहड़ा है असीं उहदा डिस्टेंस शो कर सकते हैं। इसनूं स्मॉल स्केल मैप कहा जाता है। इस तो उल्ट जदों असीं अपने किसी छोटे एरिए का उदों असीं वो मैप दे विच शो करना, उस टाइम असीं की करते हाँ, उस टाइम असीं लार्ज स्केल मैप यूज़ करते हाँ।
ਵੈਨ a small area like village or town is to be shown on paper then we use large scale map। ਉਸ ਟਾਈਮ ਅਸੀਂ ਲਾਰਜ ਸਕੇਲ ਮੈਪ ਯੂਜ਼ ਕਰਦੇ ਹਾਂ। ਉਸ ਟਾਈਮ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਜਿਹੜਾ 5 ਸੈਂਟੀਮੀਟਰ ਹੈ ਉਸ ਨੂੰ ਅਸੀਂ 500 ਮੀਟਰ ਦੇ ਜਿਹੜੇ ਬਰਾਬਰ ਮੰਨ ਲੈਂਦੇ ਹਾਂ, ਕਿਉਂਕਿ ਅਸੀਂ ਉਸ ਜਗ੍ਹਾ ਦੀ ਜਿਸ ਨੂੰ ਅਸੀਂ ਸ਼ੋਅ ਕਰਨਾ ਉਸ ਪਲੇਸ ਦੀ ਅਸੀਂ ਛੋਟੀ ਤੋਂ ਛੋਟੀ ਚੀਜ਼ ਨੂੰ ਜਿਹੜਾ ਦਿਖਾਉਣਾ ਹੁੰਦਾ ਹੈ। ਇਸ ਟਾਈਮ ਜਿਹੜਾ ਅਸੀਂ ਲਾਰਜ ਸਕੇਲ ਮੈਪ ਯੂਜ਼ ਕਰਦੇ ਹਾਂ। ਇਹ ਦੋਨਾਂ 'ਚ ਡਿਫਰੈਂਸ ਸੀ, ਸਮਾਲ ਸਕੇਲ ਮੈਪ ਔਰ ਲਾਰਜ ਸਕੇਲ ਮੈਪ। ਜਦੋਂ ਅਸੀਂ ਜ਼ਿਆਦਾ ਵੱਡਾ ਏਰੀਆ ਸ਼ੋਅ ਕਰਨਾ ਹੈ, ਕੰਟੀਨੈਂਟਸ ਜਾਂ ਕੰਟਰੀ ਸ਼ੋਅ ਕਰਨਾ, ਉਸ ਟਾਈਮ ਅਸੀਂ ਇਸ ਤੋਂ ਉਲਟ ਸਮਾਲ ਸਕੇਲ ਮੈਪ ਯੂਜ਼ ਕਰਦੇ ਹਾਂ। ਜਦੋਂ ਅਸੀਂ ਸਮਾਲ ਏਰੀਆ ਸ਼ੋਅ ਕਰਨਾ ਹੁੰਦਾ ਹੈ ਮੈਪ ਦੇ ਉੱਪਰ, ਵਿਲੇਜ ਜਾਂ ਟਾਊਨ ਛੋਟਾ ਏਰੀਆ ਦਿਖਾਉਣਾ ਹੁੰਦਾ, ਉਸ ਟਾਈਮ ਅਸੀਂ ਲਾਰਜ ਸਕੇਲ ਮੈਪ ਯੂਜ਼ ਕਰਦੇ ਹਾਂ। ਇਹ ਦੋਨਾਂ ਦੇ ਵਿੱਚ ਡਿਫਰੈਂਸ ਹੈ। ਨੈਕਸਟ ਕੰਪੋਨੈਂਟ ਹੈ ਡਾਇਰੈਕਸ਼ਨ। ਯੂ ਮਸਟ ਸੀ ਐਨ ਐਰੋ ਮਾਰਕ ਵਿਦ ਲੈਟਰ ਐਨ ਐਟ ਅਪਰ ਰਾਈਟ ਹੈਂਡ ਕਾਰਨਰ ਔਨ ਮੈਨੀ ਮੈਪਸ। ਤੁਸੀਂ ਹੁਣ ਕਈ ਮੈਪ ਦੇਖੇ ਹੋਣਗੇ, ਉਹਨਾਂ ਦੇ ਮੈਪ ਦੇ ਉੱਪਰ ਜਿਹੜਾ ਆ ਇਸ ਤਰ੍ਹਾਂ ਇੱਕ ਐਰੋ ਬਣਿਆ ਹੁੰਦਾ ਹੈ ਅਤੇ ਉੱਪਰ ਐਨ ਲਿਖੀ ਹੁੰਦੀ ਹੈ। ਇਹ ਕੀ ਹੈ? ਦਿਸ ਐਰੋ ਸ਼ੋ ਦਾ ਡਾਇਰੈਕਸ਼ਨ। ਇਹ ਜਿਹੜਾ ਐਰੋ ਡਾਇਰੈਕਸ਼ਨ ਸ਼ੋ ਕਰਦਾ। ਵੈਨ ਯੂ ਨੋ ਦਾ ਨੌਰਥ ਡਾਇਰੈਕਸ਼ਨ ਯੂ ਕੈਨ ਈਜ਼ੀਲੀ ਫਾਈਂਡ ਦਾ ਅਦਰ 3 ਡਾਇਰੈਕਸ਼ਨ। ਹੁਣ ਕੀ ਹੈ ਕਿ ਜਿਹੜਾ ਉੱਪਰ ਵਾਲੀ ਸਾਈਡ, ਇਸ ਰਾਈਟ ਸਾਈਡ ਜਿਹੜਾ ਮੈਪ ਦੇ ਉੱਪਰ ਐਰੋ ਬਣਿਆ ਹੁੰਦਾ ਉਸ ਉੱਪਰ ਐਨ ਲੈਟਰ ਲਿਖਿਆ ਹੁੰਦਾ। ਐਨ ਲੈਟਰ ਹਮੇਸ਼ਾ ਜਿਹੜਾ ਨੌਰਥ ਸਾਈਡ ਨੂੰ ਇੰਡੀਕੇਟ ਕਰਦਾ ਹੈ। ਅਤੇ ਜਦੋਂ ਸਾਨੂੰ ਨੌਰਥ ਸਾਈਡ ਦਾ ਪਤਾ ਹੁੰਦਾ, ਅਸੀਂ 3 ਜਿਹੜੀਆਂ ਹੋਰ ਡਾਇਰੈਕਸ਼ਨ ਹੈਗੇ ਉਹਨਾਂ ਨੂੰ ਈਜ਼ੀਲੀ ਫਾਈਂਡ ਕਰ ਸਕਦੇ ਹਾਂ। ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ? ਜਿਸ ਤਰ੍ਹਾਂ ਅਸੀਂ ਸਾਨੂੰ ਸਭ ਨੂੰ ਪਤਾ ਹੈ ਕਿ ਸਨਰਾਈਜ਼ ਜਿਹੜਾ ਹੁੰਦਾ ਈਸਟ ਵਾਲੀ ਸਾਈਡ ਤੋਂ ਹੁੰਦਾ। ਅਗਰ ਉਸ ਵੱਲ ਅਸੀਂ ਫੇਸ ਕਰਕੇ ਖੜ੍ਹੇ ਹੁੰਦੇ ਹਾਂ ਔਰ ਆਪਣੇ ਦੋਨੇ ਆਰਮ ਸਟਰੈਚ ਕਰਦੇ ਹਾਂ ਅਤੇ ਸਾਡਾ ਜਿਹੜਾ ਆ ਲੈਫਟ ਹੈਂਡ ਹੈ ਹਮੇਸ਼ਾ ਨਾਰਥ ਵਾਲੀ ਸਾਈਡ ਹੁੰਦਾ ਹੈ ਅਤੇ ਜਿਹੜਾ ਸਾਡਾ ਰਾਈਟ ਹੈਂਡ ਹੈ ਉਹ ਸਾਊਥ ਵਾਲੀ ਸਾਈਡ ਹੁੰਦਾ, ਔਰ ਸਾਡੇ ਬੈਕ ਸਾਈਡ ਜਿਹੜੇ ਉਹ ਵੈਸਟ ਡਾਇਰੈਕਸ਼ਨ ਹੁੰਦੀ ਹੈ। ਇਸ ਤਰ੍ਹਾਂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਦੇਰ ਆਰ 4 ਮੇਜਰ ਡਾਇਰੈਕਸ਼ਨ, ਨਾਰਥ, ਸਾਊਥ, ਈਸਟ ਐਂਡ ਵੈਸਟ। ਦੇ ਆਰ ਕਾਰਡੀਨਲ ਪੁਆਇੰਟਸ। ਇਹਨਾਂ ਨੂੰ ਕਾਰਡੀਨਲ ਪੁਆਇੰਟਸ ਬੋਲਿਆ ਜਾਂਦਾ ਹੈ। ਅਦਰ 4 ਇੰਟਰਮੀਡੀਏਟ ਡਾਇਰੈਕਸ਼ਨ ਆਰ ਨਾਰਥ ਈਸਟ, ਸਾਊਥ ਵੈਸਟ ਐਂਡ ਨਾਰਥ ਵੈਸਟ। ਵੀ ਕੈਨ ਲੋਕੇਟ ਐਨੀ ਪਲੇਸ ਵਿਦ ਹੈਲਪ ਆਫ ਦਿਸ ਡਾਇਰੈਕਸ਼ਨ। ਜਿਸ ਤਰ੍ਹਾਂ 4 ਡਾਇਰੈਕਸ਼ਨ ਹੈਗੀਆਂ, ਇਸ ਸਾਈਡ ਈਸਟ ਡਾਇਰੈਕਸ਼ਨ ਹੈ, ਇਸ ਸਾਈਡ ਵੈਸਟ ਹੈ, ਇਸ ਸਾਈਡ ਨਾਰਥ ਹੈ ਔਰ ਨੀਚੇ ਵਾਲੀ ਸਾਈਡ ਸਾਊਥ ਡਾਇਰੈਕਸ਼ਨ ਹੈ। ਇਸ ਤੋਂ ਇਲਾਵਾ ਜਿਹੜੀਆਂ ਮੇਨ ਡਾਇਰੈਕਸ਼ਨ, ਇਹਨਾਂ ਨੂੰ 4 ਮੇਜਰ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਹੈ ਇਹਨਾਂ ਨੂੰ ਕਾਰਡੀਨਲ ਪੁਆਇੰਟਸ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀ ਇਹ ਸਪੇਸ ਬਚਦੀ ਹੈ, ਇੱਥੇ ਵੀ ਡਾਇਰੈਕਸ਼ਨ ਹੈ। ਅਗਰ ਅਸੀਂ ਕੋਈ ਪਲੇਸ ਲੋਕੇਟ ਕਰਨੀ, ਅਗਰ ਉਹ ਇਸ ਜਗ੍ਹਾ ਉੱਪਰ ਕੋਈ ਪਲੇਸ ਹੈ ਅਤੇ ਅਸੀਂ ਉਸ ਨੂੰ ਕੀ ਲਿਖਾਂਗੇ? ਇਸ ਦੇ ਲਈ ਜਿਹੜੇ ਆ ਇੰਟਰਮੀਡੀਏਟ ਡਾਇਰੈਕਸ਼ਨ ਬਣਾਈਆਂ ਗਈਆਂ, ਇਹਨਾਂ ਨੂੰ ਕਿਹਾ ਜਾਂਦਾ 4 ਇੰਟਰਮੀਡੀਏਟ ਡਾਇਰੈਕਸ਼ਨ ਹੈਗੀਆਂ ਆ। ਇੰਟਰਮੀਡੀਏਟ ਡਾਇਰੈਕਸ਼ਨ ਕਿਹੜੀਆਂ? ਜਿਹੜੀਆਂ ਜਿਵੇਂ ਕਿ ਕੋਈ ਪਲੇਸ ਇਸ ਜਗ੍ਹਾ ਉੱਪਰ ਹੈ, ਇੱਥੇ ਅਸੀਂ ਕੋਈ ਪਲੇਸ ਜਿਹੜੀ ਲੋਕੇਟ ਕਰਨੀ ਹੈ, ਫਾਈਂਡ ਆਊਟ ਕਰਨੀ ਹੈ, ਅਤੇ ਅਸੀਂ ਇਸ ਨੂੰ ਕੀ ਲਿਖਾਂਗੇ? ਨਾਰਥ ਈਸਟ। ਇਸ ਨੂੰ ਨਾਰਥ ਈਸਟ ਏਰੀਆ ਲਿਖਦੇ ਹਾਂ। ਨਾਰਥ ਈਸਟ ਏਰੀਆ ਡਾਇਰੈਕਸ਼ਨ, ਨਾਰਥ ਈਸਟ ਡਾਇਰੈਕਸ਼ਨ ਲਿਖਦੇ ਹਾਂ। ਇਸ ਤੋਂ ਉਲਟ ਅਗਰ ਅਸੀਂ ਕੋਈ ਇਹ ਨੀਚੇ ਵਾਲੀ ਸਾਈਡ ਹੈ ਕੋਈ ਪਲੇਸ, ਸਾਊਥ ਇਸ ਜਗ੍ਹਾ ਉੱਪਰ ਹੈ, ਅਤੇ ਅਸੀਂ ਉਸ ਨੂੰ ਸਾਊਥ ਈਸਟ ਲਿਖਦੇ ਹਾਂ। ਅਗਰ ਕੋਈ ਪਲੇਸ ਇਸ ਜਗ੍ਹਾ ਉੱਪਰ ਹੈ ਅਤੇ ਅਸੀਂ ਇਸ ਨੂੰ ਜਿਹੜਾ ਹੈ ਨਾਰਥ ਵੈਸਟ ਲਿਖਦੇ ਹਾਂ, ਔਰ ਨੀਚੇ ਵਾਲੀ ਜਗ੍ਹਾ 'ਤੇ ਇਸ ਨੂੰ ਅਸੀਂ ਸਾਊਥ ਵੈਸਟ ਲਿਖਦੇ ਹਾਂ। ਇਸ ਤਰ੍ਹਾਂ ਅਸੀਂ ਜਿਹੜੀਆਂ ਜਿੱਥੇ ਅਸੀਂ 4 ਡਾਇਰੈਕਸ਼ਨ ਯਾਦ ਰੱਖਣੀਆਂ ਹਨ, ਉਸੇ ਤਰ੍ਹਾਂ ਹੀ ਜਿਹੜੇ ਆ 4 ਇੰਟਰਮੀਡੀਏਟ ਡਾਇਰੈਕਸ਼ਨ ਵੀ ਹੈਗੀਆਂ, ਜਿਵੇਂ ਕਿ ਨਾਰਥ ਈਸਟ, ਸਾਊਥ ਵੈਸਟ, ਨਾਰਥ ਵੈਸਟ। ਵੀ ਕੈਨ ਲੋਕੇਟ ਐਨੀ ਪਲੇਸ ਵਿਦ ਦ ਹੈਲਪ ਆਫ ਦਿਸ ਡਾਇਰੈਕਸ਼ਨ। ਇਹਨਾਂ ਦੀ ਹੈਲਪ ਦੇ ਨਾਲ ਅਸੀਂ ਕੋਈ ਵੀ ਜਿਹੜੀ ਪਲੇਸ ਆ ਉਹ ਲੋਕੇਟ ਕਰ ਸਕਦੇ ਹਾਂ। ਨੈਕਸਟ, ਵੀ ਕੈਨ ਫਾਈਂਡ ਦਾ ਡਾਇਰੈਕਸ਼ਨ ਆਫ ਅ ਪਲੇਸ ਵਿਦ ਦਾ ਹੈਲਪ ਆਫ ਕੰਪਾਸ। ਹੁਣ ਤੁਸੀਂ ਸਾਰਿਆਂ ਨੇ ਕੰਪਾਸ ਦੀ ਪਿਕਚਰ ਆਪਣੀ ਬੁੱਕ ਦੇ ਉੱਪਰ ਦੇਖੀ ਹੋਏਗੀ। ਕੰਪਾਸ ਕਿਸ ਤਰ੍ਹਾਂ ਹੁੰਦਾ ਹੈ? ਇਟ ਇਜ਼ ਐਨ ਇੰਸਟਰੂਮੈਂਟ ਯੂਜ਼ ਟੂ ਫਾਈਂਡ ਦਾ ਡਾਇਰੈਕਸ਼ਨ। ਇੱਕ ਇੰਸਟਰੂਮੈਂਟ ਹੈ ਜਿਹਦੇ ਨਾਲ ਅਸੀਂ ਡਾਇਰੈਕਸ਼ਨ ਫਾਈਂਡ ਕਰ ਸਕਦੇ ਹਾਂ। ਇਟਸ ਮੈਗਨੈਟਿਕ ਨੀਡਲ ਆਲਵੇਜ਼ ਪੁਆਇੰਟ ਟੂਵਾਰਡ ਦਾ ਨਾਰਥ ਸਾਊਥ ਡਾਇਰੈਕਸ਼ਨ। ਜਿਹੜੀ ਇਹਦੀ ਨੀਡਲ ਹੁੰਦੀ ਹੈ ਹਮੇਸ਼ਾ ਨਾਰਥ ਔਰ ਸਾਊਥ ਵਾਲੀ ਡਾਇਰੈਕਸ਼ਨ ਨੂੰ ਹੀ ਇੰਡੀਕੇਟ ਕਰਦੀ ਹੈ। ਹਮੇਸ਼ਾ ਇਸੇ ਦੋਨੀ ਸਾਈਡ ਨੂੰ ਪੁਆਇੰਟ ਕਰਦੀ। ਤੁਸੀਂ ਜਿਸ ਮਰਜ਼ੀ ਪਾਸੇ ਨੂੰ ਕੰਪਾਸ ਨੂੰ ਲੈ ਕੇ ਘੁੰਮ ਸਕਦੇ ਹਾਂ, ਪਰ ਜਿਹੜਾ ਕੰਪਾਸ ਹੈ ਹਮੇਸ਼ਾ ਨਾਰਥ ਸਾਊਥ ਵਾਲੀ ਸਾਈਡ ਨੂੰ ਉਹਦੀ ਨੀਡਲ ਹਮੇਸ਼ਾ ਇੰਡੀਕੇਟ ਕਰਦੀ ਹੈ। ਇਸ ਤੋਂ ਵੀ ਸਾਨੂੰ ਜਿਹੜੀ ਹੈ ਡਾਇਰੈਕਸ਼ਨ ਦਾ ਪਤਾ ਲੱਗ ਜਾਂਦਾ ਹੈ, ਅਤੇ ਕੰਪਾਸ ਦੀ ਹੈਲਪ ਨਾਲ ਅਸੀਂ ਜਿਹੜਾ ਮੈਪ ਹੈ ਈਜ਼ਲੀ ਰੀਡ ਕਰ ਸਕਦੇ ਹਾਂ। ਨੈਕਸਟ ਹੈ ਸਿੰਬਲਸ। ਜਿਸ ਤਰ੍ਹਾਂ ਸਿੰਬਲਸ ਬਹੁਤ ਇੰਪੋਰਟੈਂਸ ਰੱਖਦੇ ਨੇ। ਸਿੰਬਲ ਜਿਹੜੇ ਕੀ ਹੁੰਦੇ ਆ? ਦਿਸ ਇਜ਼ ਅ ਥਰਡ ਕੰਪੋਨੈਂਟ ਆਫ ਮੈਪ। ਮੈਪ ਦਾ ਥਰਡ ਕੰਪੋਨੈਂਟ ਮੈਪ ਹੈ। ਫਸਟ ਕੰਪੋਨੈਂਟ ਮੈਪ ਦਾ ਜਿਹੜਾ ਹੈ ਉਹ ਕਿਹੜਾ ਹੈ? ਜਿਸ ਤਰ੍ਹਾਂ ਅਸੀਂ ਪਹਿਲਾਂ ਪੜ੍ਹਿਆ, ਫਸਟ ਕੰਪੋਨੈਂਟ ਹੈ ਡਿਸਟੈਂਸ, ਸੈਕੰਡ ਕੰਪੋਨੈਂਟ ਹੈ ਡਾਇਰੈਕਸ਼ਨ, ਅਤੇ ਥਰਡ ਜਿਹੜਾ ਕੰਪੋਨੈਂਟ ਹੈ ਸਿੰਬਲਸ।
This is the third components of map. We can not draw the ਐਕਚੁਅਲ ਸ਼ੇਪ ਐਂਡ ਸਾਈਜ਼ ਆਫ ਐਨੀ ਆਬਜੈਕਟ ਔਨ ਮੈਪ। ਅਸੀਂ ਮੈਪ ਦੇ ਉੱਪਰ ਕਿਸੇ ਵੀ ਆਬਜੈਕਟ ਦੀ ਐਕਚੁਅਲ ਸ਼ੇਪ ਜਾਂ ਸਾਈਜ਼ ਨਹੀਂ ਬਣਾ ਸਕਦੇ, ਕਿਉਂਕਿ ਸਾਡੇ ਕੋਲ ਇੱਕ ਲਿਮਟਿਡ ਪੇਪਰ ਹੁੰਦਾ ਹੈ, ਛੋਟਾ ਪੇਪਰ ਹੁੰਦਾ, ਉਸ ਉੱਪਰ ਅਸੀਂ ਐਕਚੁਅਲ ਸ਼ੇਪ ਜਾਂ ਸਾਈਜ਼ ਨਹੀਂ ਬਣਾ ਸਕਦੇ। ਦੇ ਆਰ ਸ਼ੋਨ ਬਾਏ ਦਾ ਯੂਜ਼ਿੰਗ ਸਰਟਨ ਲੈਟਰ, ਸ਼ੇਡਸ, ਕਲਰ, ਪਿਕਚਰਸ ਐਂਡ ਲਾਈਨਸ। ਅਸੀਂ ਕੋਈ ਵੀ ਜਿਹੜੀ ਪਿਕਚਰ ਜਾਂ ਕੋਈ ਗੱਲ ਦੱਸਣੀ ਚਾਹੁੰਦੇ ਹਾਂ ਉਹਦੇ ਲਈ ਸਾਨੂੰ ਲੈਟਰ, ਸ਼ੇਡਸ, ਕਲਰ, ਪਿਕਚਰ ਅਤੇ ਲਾਈਨਸ ਜਿਹੜੀਆਂ ਕੁਛ ਹੁੰਦੀਆਂ ਅਸੀਂ ਉਹ ਯੂਜ਼ ਕਰਦੇ ਹਾਂ। these are called symbol। ਇਹਨਾਂ ਨੂੰ ਸਿੰਬਲ ਕਿਹਾ ਜਾਂਦਾ ਹੈ। these symbols gives you a lot of information। there is an international agreement regarding the use of these symbols। ਇਹਨਾਂ ਸਿੰਬਲਸ ਨੂੰ ਯੂਜ਼ ਕਰਨ ਲਈ ਇੱਕ ਇੰਟਰਨੈਸ਼ਨਲ ਐਗਰੀਮੈਂਟ ਹੋਇਆ ਹੁੰਦਾ ਹੈ, ਕਿਉਂਕਿ ਅਸੀਂ ਬੇਸ਼ੱਕ ਕਿਸੇ ਵੀ ਕੰਟਰੀ ਵਿੱਚ ਚਲੇ ਜਾਈਏ, ਬੇਸ਼ੱਕ ਸਾਨੂੰ ਉੱਥੋਂ ਦੀ ਲੈਂਗੁਏਜ ਨਹੀਂ ਆਉਂਦੀ, ਪਰ ਫਿਰ ਵੀ ਜਿਹੜੇ ਸਿੰਬਲਸ ਹੁੰਦੇ ਆ ਇਹ ਸਾਰੀ ਜਗ੍ਹਾ ਉੱਪਰ ਸਿੰਬਲ ਸੇਮ ਹੀ ਯੂਜ਼ ਕੀਤੇ ਜਾਂਦੇ ਆ। ਇਹ ਇੰਟਰਨੈਸ਼ਨਲ ਐਗਰੀਮੈਂਟ ਜਿਹੜਾ ਸਿੰਬਲਸ ਨੂੰ ਲੈ ਕੇ ਹੋਇਆ ਹੁੰਦਾ ਹੈ। these are called ਕਨਵੈਨਸ਼ਨਲ ਸਿੰਬਲ। ਇਹਨਾਂ ਨੂੰ ਕਨਵੈਨਸ਼ਨਲ ਸਿੰਬਲ ਕਿਹਾ ਜਾਂਦਾ ਹੈ, ਕਿਉਂਕਿ ਹਰ ਇੱਕ ਕੰਟਰੀ ਦੇ ਵਿੱਚ ਇਹ ਸਿੰਬਲ ਐਜ਼ ਇਟ ਇਜ਼ ਹੀ ਯੂਜ਼ ਕੀਤੇ ਜਾਂਦੇ ਆ। ਜਿਸ ਤਰ੍ਹਾਂ ਤੁਹਾਡੀ ਬੁੱਕ ਦੇ ਵਿੱਚ ਜਿਹੜੀ ਇੱਕ ਪਿਕਚਰ ਫਿਗਰ ਦਿੱਤੀ ਹੋਈ ਹੈ 4.3 ਫਿਗਰ ਹੈ, ਕਨਵੈਨਸ਼ਨਲ ਸਿੰਬਲਸ ਦਿੱਤੀ ਹੋਈ ਹੈ ਪਿਕਚਰ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੇਲਵੇ ਲਾਈਨ ਲਈ ਜਿਹੜੇ ਇਹ ਸਿੰਬਲ ਬਣੇ ਹੋਏ ਹੈ, ਹਰੇਕ ਜਗ੍ਹਾ ਹਰੇਕ ਕੰਟਰੀ ਦੇ ਵਿੱਚ ਇਹੀ ਸਿੰਬਲ ਯੂਜ਼ ਕੀਤੇ ਜਾਂਦੇ ਆ। ਜਿਸ ਤਰ੍ਹਾਂ ਇਹ ਬਰੋਡ ਗੇਜ ਹੈ, ਮੀਨਸ ਜਿਹੜੀ ਵੱਡੀ ਲਾਈਨ ਹੈ ਇਸਨੂੰ ਬਰੋਡ ਗੇਜ ਕਿਹਾ ਜਾਂਦਾ ਹੈ। ਮੀਟਰ ਗੇਜ ਹੈ ਜਿਸ ਤਰ੍ਹਾਂ ਛੋਟੀ ਲਾਈਨ, ਇਸ ਦੇ ਵਿੱਚ ਦੋਨੋਂ ਜਿਹੜੀਆਂ ਪਟੜੀਆਂ ਹੁੰਦੀਆਂ ਜਾਂ ਲਾਈਨ ਉਹਦੇ ਵਿੱਚ ਥੋੜ੍ਹੀ ਦੂਰੀ ਹੁੰਦੀ ਹੈ। ਬਰੋਡ ਗੇਜ ਦੇ ਵਿੱਚ ਜਿਹੜੀ ਹੈ ਉਹ ਜ਼ਿਆਦਾ ਦੂਰੀ ਹੁੰਦੀ, ਡਿਸਟੈਂਸ ਜ਼ਿਆਦਾ ਹੁੰਦਾ ਹੈ। ਮੀਟਰ ਗੇਜ ਹੈ। ਉਸ ਤੋਂ ਬਾਅਦ ਰੇਲਵੇ ਸਟੇਸ਼ਨ ਲਈ ਆਹ ਸਾਈਨ ਜਿਹੜਾ ਸਿੰਬਲ ਜਿਹੜਾ ਸ਼ੋ ਕੀਤਾ ਜਾਂਦਾ ਹੈ। ਨੈਕਸਟ ਹੈ ਰੋਡ, ਮੈਟਲਡ ਰੋਡ, ਅਨਮੈਟਲਡ ਰੋਡ। ਜਿਹੜਾ ਇੱਕ ਪੱਕਾ ਰੋਡ ਬਣਿਆ ਹੋਇਆ ਹੈ ਮੈਟਲਡ ਰੋਡ, ਔਰ ਅਨਮੈਟਲਡ ਰੋਡ ਜਿਹੜਾ ਕਿ ਇਸ ਨੂੰ ਕੱਚਾ ਰਸਤਾ ਕਹਿ ਦਿੰਦੇ ਹਾਂ, ਉਹ ਰੋਡ ਬਣਿਆ ਹੋਇਆ ਹੈ। ਬਾਉਂਡਰੀ, ਆਹ ਜਿਹੜੀ ਬਾਉਂਡਰੀ ਬਣਦੀ ਹੈ ਇਸਨੂੰ ਇੰਟਰਨੈਸ਼ਨਲ ਬਾਉਂਡਰੀ ਕਹਿੰਦੇ ਹਨ, ਅਤੇ ਇਹ ਸਟੇਟ ਦੀ ਬਾਉਂਡਰੀ ਹੈ ਅਤੇ ਇਹ ਡਿਸਟ੍ਰਿਕਟ ਦੀ ਬਾਉਂਡਰੀ ਹੈ। ਇਹਨਾਂ ਦੇ ਵਿੱਚ ਫਰਕ ਹੈ, ਇਹ ਥੋੜ੍ਹੀ ਬੋਲਡ ਹੈ, ਥੋੜ੍ਹਾ ਡਾਰਕ ਹੈ, ਅਤੇ ਸਟੇਟ ਵਾਲੀ ਬਾਉਂਡਰੀ ਥੋੜ੍ਹੀ ਲਾਈਟ ਕਲਰ ਦੀ ਹੈ, ਔਰ ਜਿਹੜੀ ਡਿਸਟ੍ਰਿਕਟ ਵਾਲੀ ਹੈ ਬਾਉਂਡਰੀ ਹੈ ਉਸ ਤੋਂ ਵੀ ਜ਼ਿਆਦਾ ਲਾਈਟ ਕਲਰ ਦੀ ਹੈ, ਅਤੇ ਉਹਦੇ ਵਿੱਚ ਜ਼ਿਆਦਾ ਸਪੇਸ ਥੋੜ੍ਹੀ ਹੈ। ਇਸ ਤੋਂ ਇਲਾਵਾ ਰੀਵਰ, ਵੈਲ, ਟੈਂਕ, ਕੈਨਾਲ, ਬ੍ਰਿਜ, ਇਸ ਤਰ੍ਹਾਂ ਜਿਹੜੇ ਸਿੰਬਲ ਮਿਲਦੇ ਹਨ। ਟੈਂਪਲ, ਚਰਚ, ਮੌਸਕਿਊ, ਛਤਰੀ, ਇਹ ਸਿੰਬਲਸ ਬਣੇ ਹੋਏ ਹਨ। ਇਸ ਤੋਂ ਇਲਾਵਾ ਪੋਸਟ ਆਫਿਸ, PTO ਜਿਸਨੂੰ ਪੋਸਟ ਐਂਡ ਟੈਲੀਗ੍ਰਾਫ ਆਫਿਸ ਕਿਹਾ ਜਾਂਦਾ ਹੈ, ਪੁਲਿਸ ਸਟੇਸ਼ਨ, ਇਸ ਤਰ੍ਹਾਂ ਇਹ ਸਿੰਬਲ ਹੁੰਦੇ ਹਨ। ਅਤੇ ਸਾਰੇ ਹੀ ਮੈਪਸ ਦੇ ਵਿੱਚ ਇਹ ਸਿੰਬਲ ਯੂਜ਼ ਕੀਤੇ ਜਾਂਦੇ ਹਨ, ਕਿ ਚਾਹੇ ਉਹ ਮੈਪ ਕਿਸੇ ਵੀ ਕੰਟਰੀ ਦਾ ਹੋਏ, ਅਸੀਂ ਮੈਪ ਜਿਹੜਾ ਈਜ਼ੀਲੀ ਰੀਡ ਕਰ ਸਕਦੇ ਹਾਂ, ਆਪਣੀ ਜਿਹੜੀ ਕੋਈ ਵੀ ਪਲੇਸ ਆ ਲੋਕੇਟ ਕਰ ਸਕਦੇ ਹਾਂ ਮੈਪ ਦੇ ਥਰੂ। ਨੈਕਸਟ ਹੈ ਸੈਟਲਮੈਂਟ, ਗ੍ਰੇਵਯਾਰਡ। ਜਿਸ ਤਰ੍ਹਾਂ ਇੱਥੇ ਰਿਹਾਇਸ਼ੀ ਇਲਾਕਾ ਹੈ, ਸੈਟਲਮੈਂਟ ਹੈ, ਅਤੇ ਗ੍ਰੇਵਯਾਰਡ ਹੈ ਜਿਸਨੂੰ ਸ਼ਮਸ਼ਾਨ ਘਾਟ ਬੋਲਿਆ ਜਾਂਦਾ ਹੈ। ਨੈਕਸਟ ਟਰੀਜ਼ ਲਈ ਆਹ ਸਿੰਬਲ ਸ਼ੋ ਕੀਤਾ ਜਾਂਦਾ ਹੈ, ਅਤੇ ਗ੍ਰਾਸ ਦੇ ਲਈ ਆਹ ਸਿੰਬਲ ਯੂਜ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਜਿਹੜੇ ਸਿੰਬਲਸ ਦੀ ਆਪਣੀ ਇੰਪੋਰਟੈਂਸ ਹੈ, ਜਦੋਂ ਅਸੀਂ ਮੈਪ ਦੇਖਦੇ ਹਾਂ, ਮੈਪ ਰੀਡ ਕਰਦੇ ਹਾਂ, ਅਤੇ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਸਿੰਬਲਸ ਤੋਂ ਮਿਲਦੀ ਹੈ। ਸਾਨੂੰ ਅਗਰ ਸਕੇਲ ਦਾ ਪਤਾ ਹੋਏ, ਸਮਾਲ ਸਕੇਲ ਜਾਂ ਲਾਰਜ ਸਕੇਲ ਮੈਪ ਦੇ ਬਾਰੇ ਸਾਨੂੰ ਨੌਲੇਜ ਹੋਏਗੀ, ਸਕੇਲ ਦਾ ਪਤਾ ਹੋਏਗਾ, ਉਸ ਤੋਂ ਅਸੀਂ ਡਿਸਟੈਂਸ ਦਾ ਅੰਦਾਜ਼ਾ ਚੰਗੀ ਤਰ੍ਹਾਂ ਲਗਾ ਸਕਦੇ ਹਾਂ। ਸਾਨੂੰ ਇੱਕ ਜਗ੍ਹਾ ਉੱਪਰ ਖੜ੍ਹੇ ਹੋ ਕੇ ਹੀ ਡਿਸਟੈਂਸ ਦਾ ਪਤਾ ਲੱਗ ਸਕਦਾ ਹੈ। ਸਾਨੂੰ ਇਹ ਨਹੀਂ ਵੀ ਇੱਕ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਦੂਜੀ ਜਗ੍ਹਾ 'ਤੇ ਅਸੀਂ ਚੱਲ ਕੇ ਜਾਵਾਂਗੇ ਫਿਰ ਡਿਸਟੈਂਸ ਪਤਾ ਲੱਗਦਾ। ਮੈਪ ਦੇ ਥਰੂ ਅਸੀਂ ਇੱਕ ਜਗ੍ਹਾ ਦੇ ਉੱਪਰ ਅਗਰ ਅਸੀਂ ਸਮਝ ਲਈਏ ਕਿ ਡਿਸਟੈਂਸ ਕਿੰਨਾ ਹੈ, ਸਕੇਲ ਕਿੰਨੇ ਦਾ ਦਿੱਤਾ ਹੋਇਆ, ਉੱਥੋਂ ਅਸੀਂ ਜਿਹੜਾ ਆਪਣਾ ਕੈਲਕੂਲੇਟ ਕਰਕੇ ਡਿਸਟੈਂਸ ਪਤਾ ਕਰ ਸਕਦੇ ਹਾਂ। ਅਗਰ ਸਾਨੂੰ ਕੰਪਾਸ ਦੀ ਨੌਲੇਜ ਹੈ, ਸਾਨੂੰ ਡਾਇਰੈਕਸ਼ਨ ਦਾ ਪਤਾ ਹੈ, ਡਾਇਰੈਕਸ਼ਨ 4 ਡਾਇਰੈਕਸ਼ਨ ਹੈਗੀਆਂ ਜਿਸਨੂੰ ਕਾਰਡੀਨਲ ਪੁਆਇੰਟ ਬੋਲਦੇ। ਇਸ ਤੋਂ ਇਲਾਵਾ ਜਿਹੜੀਆਂ 4 ਅਦਰ ਤੁਹਾਨੂੰ ਡਾਇਰੈਕਸ਼ਨ ਦੱਸੀਆਂ ਜਿਹੜੀਆਂ, ਉਹਨਾਂ ਦੇ ਬਾਰੇ ਤੁਹਾਨੂੰ ਨੌਲੇਜ, ਇੰਟਰਮੀਡੀਏਟ ਡਾਇਰੈਕਸ਼ਨ ਇਸਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਬਾਰੇ ਨੌਲੇਜ ਹੈ। ਅਤੇ ਥਰਡ ਪੁਆਇੰਟ ਤੁਹਾਨੂੰ ਸਿੰਬਲ ਦੀ ਨੌਲੇਜ ਹੈ, ਤੁਸੀਂ ਮੈਪ ਈਜ਼ਲੀ ਰੀਡ ਕਰ ਸਕਦੇ ਹਾਂ। ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਇੱਕ ਜਗ੍ਹਾ ਉੱਪਰ ਖੜ੍ਹੇ ਹੋ ਕੇ ਉਸ ਪਲੇਸ ਦੀ ਪੂਰੀ ਤਰ੍ਹਾਂ ਮਿਲ ਜਾਂਦੀ ਹੈ। ਨੈਕਸਟ ਹੈ ਸਕੈਚ। ਹੁਣ ਸਕੈਚ ਕੀ ਹੈ ਇਹਦੇ ਬਾਰੇ ਦੇਖਦੇ ਹਾਂ। ਸਕੈਚ ਇਜ਼ ਅ ਡਰਾਇੰਗ ਬੇਸਡ ਔਨ ਮੈਮਰੀ ਐਂਡ ਸਪੋਟ ਆਬਜ਼ਰਵੇਸ਼ਨ। ਹੁਣ ਸਕੈਚ ਕੀ ਹੈ? ਇੱਕ ਡਰਾਇੰਗ ਹੈ। ਇਹ ਜਿਸ ਤਰ੍ਹਾਂ ਕੋਈ ਅਸੀਂ ਡਰਾਇੰਗ ਬਣਾ ਕੇ ਦੱਸ ਦਿੰਦੇ ਹਾਂ ਕਿ ਇਸ ਜਗ੍ਹਾ ਉੱਪਰ ਇੱਕ ਹਾਊਸ ਬਣਿਆ ਹੋਇਆ ਹੈ, ਉਸ ਤੋਂ ਅੱਗੇ ਨੈਕਸਟ ਸਾਈਡ ਜਾ ਕੇ ਅਸੀਂ ਉੱਪਰ ਵਾਲੀ ਸਾਈਡ ਜਾਂਦੇ ਹਾਂ ਅਤੇ ਇੱਥੇ ਇੱਕ ਸ਼ਾਪ ਬਣੀ ਹੋਈ ਹੈ, ਫਿਰ ਨੀਚੇ ਆ ਕੇ ਇੱਥੇ ਇੱਕ ਪਲੇਗਰਾਊਂਡ ਬਣਿਆ ਹੋਇਆ ਹੈ, ਉਸ ਤੋਂ ਅੱਗੇ ਜਾਂਦੇ ਹਾਂ ਅਤੇ ਇਸ ਸਾਈਡ ਇੱਕ ਸਕੂਲ ਬਣਿਆ ਹੋਇਆ ਹੈ। ਇਹ ਇੱਕ ਸਕੈਚ ਹੋ ਗਿਆ, ਇਸ ਨੂੰ ਸਕੈਚ ਕਹਿ ਸਕਦੇ ਹਾਂ। ਸਕੈਚ ਇਜ਼ ਨਾਟ ਯੂਜ਼ਡ ਇਨ ਸਕੇਲ ਇਜ਼ ਨਾਟ ਯੂਜ਼ਡ ਇਨ ਦਿਸ ਡਰਾਇੰਗ। ਇਸ ਜਿਹੜਾ ਸਕੈਚ ਬਣਾਉਂਦੇ ਹਾਂ ਜਾਂ ਡਰਾਇੰਗ ਬਣਾਉਣੇ, ਇਸ ਵਿੱਚ ਅਸੀਂ ਸਕੇਲ ਯੂਜ਼ ਨਹੀਂ ਕਰਦੇ। ਦਿਸ ਇਜ਼ ਰਫ ਡਰਾਇੰਗ। ਇਸ ਨੂੰ ਰਫ ਡਰਾਇੰਗ ਜਿਹੜਾ ਬੋਲਿਆ ਜਾਂਦਾ। ਇਹ ਇੱਕ ਸਕੈਚ ਹੁੰਦਾ ਜਿਸ ਵਿੱਚ ਸਕੇਲ ਯੂਜ਼ ਨਹੀਂ ਕਰਦੇ। ਵੈਸੇ ਹੀ ਅਸੀਂ ਕਿਸੇ ਨੂੰ
कोई गल समझा रहे होंदे आ तो उसनूं इस तरह असीं पिक्चर बना के दस दिंदे हाँ। तो फिर प्लान की है, नैक्सट है प्लान। प्लान इज़ ए ड्राइंग ऑफ ए स्मॉल एरिया ऑन ए लार्ज स्केल। प्लान जिहड़ा आ एक जिहड़ा छोटा एरिया है ਜਦੋਂ ਅਸੀਂ ਉਹਨੂੰ ਸ਼ੋ ਕਰਨਾ ਹੁੰਦਾ ਹੈ ਉਹਦੇ ਵਿੱਚ ਅਸੀਂ ਲਾਰਜ ਸਕੇਲ ਦੇ ਉੱਪਰ ਜਿਹੜੀ ਸਭ ਤੋਂ ਛੋਟੀ ਛੋਟੀ ਜਿਹੜੀ ਹੈ ਕੋਈ ਆਬਜੈਕਟ ਹੈ ਕੋਈ ਵੀ ਪਲੇਸ ਹੈ ਉਸਨੂੰ ਅਸੀਂ ਸ਼ੋ ਕਰਨਾ ਹੁੰਦਾ ਹੈ, ਉਸਨੂੰ ਅਸੀਂ ਪਲਾਨ ਕਹਿੰਦੇ ਹਾਂ। ਪਲਾਨ ਇਜ਼ ਅ ਡਰਾਇੰਗ ਆਫ ਏ ਸਮਾਲ ਏਰੀਆ ਔਨ ਏ ਲਾਰਜ ਸਕੇਲ। ਦਿਸ ਟਾਈਪਸ ਆਫ ਮੈਪ ਗਿਵਸ ਯੂ ਅ ਲੋਟ ਆਫ ਇਨਫੋਰਮੇਸ਼ਨ। ਇਹ ਪਲਾਨ ਇਜ਼ ਮੇਡ ਬਾਈ ਯੂਜ਼ਿੰਗ ਸਕੇਲ। ਹੁਣ ਜਿਹੜਾ ਪਲਾਨ ਹੈ ਇਹਨੂੰ ਸਕੇਲ ਯੂਜ਼ ਕਰਕੇ ਬਣਾਇਆ ਜਾਂਦਾ ਹੈ। ਦਿਸ ਟਾਈਪ ਆਫ ਡਰਾਇੰਗ ਇਜ਼ ਕਾਲਡ ਆ ਪਲਾਨ। ਇਸ ਤਰ੍ਹਾਂ ਜਿਹੜੀ ਡਰਾਇੰਗ ਹੁੰਦੀ ਹੈ ਉਸਨੂੰ ਪਲਾਨ ਕਿਹਾ ਜਾਂਦਾ। ਮੀਨਸ ਇਹਦੇ ਉੱਪਰ ਸਕੇਲ ਯੂਜ਼ ਕੀਤਾ ਜਾਂਦਾ ਹੈ ਕਿ ਇਸ ਜਗ੍ਹਾ ਉੱਪਰ ਇੰਨੇ ਸੈਂਟੀਮੀਟਰ ਤੋਂ ਅਗਰ ਤੁਸੀਂ ਲੈਫਟ ਜਾਂ ਰਾਈਟ ਟਰਨ ਕਰਦੇ ਹੋ, ਫਿਰ ਆਹ ਵਾਲੀ ਪਲੇਸ ਹੈ, ਇੱਥੇ ਸ਼ੌਪ ਹੈ ਜਾਂ ਇਸ ਸਾਈਡ ਸਕੂਲ ਹੈ, ਫਿਰ ਤੁਸੀਂ ਨੈਕਸਟ ਜਾਂਦੇ ਹੋ ਇੰਨੇ ਸੈਂਟੀਮੀਟਰ ਜਿਹੜੇ ਹੈ ਇਸ ਡਾਇਰੈਕਸ਼ਨ ਨੂੰ ਨਾਰਥ ਜਾਂ ਸਾਊਥ ਡਾਇਰੈਕਸ਼ਨ ਨੂੰ ਤੁਸੀਂ ਟਰਨ ਕਰਦੇ ਹੋ, ਫਿਰ ਤੁਹਾਨੂੰ ਇੱਕ ਸ਼ਾਪਿੰਗ ਮਾਲ ਮਿਲਦਾ ਹੈ। ਪੂਰਾ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇੰਨੇ ਸੈਂਟੀਮੀਟਰ 'ਤੇ ਇਹ ਜਿਹੜੀ ਪਲੇਸ ਹੈ ਅਤੇ ਨਾਲ ਹੀ ਸਕੇਲ ਦਿੱਤਾ ਜਾਂਦਾ ਹੈ ਕਿ ਜਿਹੜਾ 1 ਸੈਂਟੀਮੀਟਰ ਹੈ ਕਿੰਨੇ ਕਿਲੋਮੀਟਰ ਦੇ ਇਕੁਅਲ ਹੈ, ਜਿਹੜਾ ਸੈਂਟੀਮੀਟਰ ਹੈ ਕਿੰਨੇ ਕਿਲੋਮੀਟਰ ਦੇ ਬਰਾਬਰ ਹੈ, ਤੁਹਾਨੂੰ ਪਹਿਲਾਂ ਦੱਸਿਆ ਜਾਂਦਾ ਹੈ, ਸਕੇਲ ਦਿੱਤਾ ਜਾਂਦਾ ਹੈ। ਸਕੇਲ ਯੂਜ਼ ਕਰਕੇ ਹੀ ਜਿਹੜਾ ਇਹ ਪਲਾਨ ਬਣਾਇਆ ਜਾਂਦਾ ਹੈ, ਪ੍ਰੋਪਰ ਪਲਾਨ ਬਣਾਇਆ ਜਾਂਦਾ ਹੈ। This was the all about this topic. Thanks for watching this video. If you want more video like this, please subscribe my channel and don't forget to press like and share button. We will meet you in the next video lecture. Till then, goodbye and keep learning.